ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਬਸੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੇ ਮਾਇਆ ਧੋਹ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਬਸੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੇ ਮਾਇਆ ਧੋਹ। ਪੁੱਤਰ ਕਲਤਰਨ ਸੰਗ ਤਨਾ, ਹਰ ਅਵਨਾਸ਼ੀ ਓਹ। ਪਲਚ ਪਲਚ ਸਗਲੀ ਮੋਈ, ਝੂਠਾ ਧੰਦੇ ਮੋਹ। ਇਕਸ ਹਰ ਕੇ ਨਾਮ ਬਿਨਾ, ਅੱਗੇ ਲਈਐ ਕੋਹੇ। ਦਏ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨ ਕੋਏ। ਪ੍ਰੀਤਮ ਚਰਨੀ ਜੋ ਲਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲਗੈ, ਜਾਂ ਸੰਤ ਭੇਟੈ ਹਰ ਸੋਏ। ਵੈਸਾਖ ਸੁਹਾਵਾ ਤਾਂ ਲਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਭਗਤ ਵਸ਼ਲ ਮਨੁੱਖਤਾ ਦੇ ਰਹਿਬਰ, ਦਇਆ ਦੇ ਸਾਗਰ, ਚਾਵਰ ਸ਼ਕਤਰ ਤਖਤ ਦੇ ਮਾਲਕ, ਚਾਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕਾ ਖਾਸ ਰੂਪ, ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹਾਂ, ਜੋ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ, ਤੇਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਇਸ ਸਮੇਂ ਸੰਪੂਰਨ ਨਿਰਵਿਕਤਾ ਸਾਹਿਤ ਭੋਗ ਪਾਏ ਗਏ। ਸਤਿਗੁਰ ਜੀ ਨੇ ਸਾਡੇ ਸਾਰਿਆਂ ਤੇ ਰਹਿਮ ਕੀਤਾ, ਤਰਸ ਕੀਤਾ, ਸਾਨੂੰ ਆਪਣੀ ਗੋਦੀ 'ਚ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਈਏ ਸੀਸ। ਦਾਸਰੇ ਨੂੰ ਬਖਸ਼ੋ ਆਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ 12 ਮਾਹ ਦੇ
ਸਰਲੇਖ ਹੇਠ ਉਚਾਰੀ ਹੋਈ ਬਾਣੀ 12 ਮਾਹ, ਜਿਸ ਦੇ ਅੰਦਰ ਇਹ ਤੀਸਰਾ ਸ਼ਬਦ ਹੈ ਜੋ ਕਿ ਦੇਸੀ ਮਹੀਨੇ ਦੇ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਸਤਿਗੁਰੂ ਜੀ ਨੇ ਉਸ ਦਾ ਜ਼ਿਕਰ ਕੀਤਾ ਜਿਹੜੀ ਉਸ ਪਰਮਾਤਮਾ ਵਾਹਿਗੁਰੂ ਨਾਲ ਵਿਛੜੀ ਹੋਈ ਜੀਵ ਇਸਤਰੀ ਦੀ ਗੱਲ ਕੀਤੀ ਕਿ ਉਹ ਜਦੋਂ ਵਿਛੜੀ ਹੈ ਤੇ ਉਹਦੀ ਹਾਲਤ ਕੈਸੀ ਹੈ। ਉਹਦੇ ਅੰਦਰ ਪ੍ਰੇਮ ਦੀ ਅਣਹੋਂਦ ਹੈ, ਕਿਉਂਕਿ ਹੋਂਦ ਪੈਦਾ ਨਹੀਂ ਹੁੰਦੀ, ਕਿਉਂਕਿ ਅਣਹੋਂਦ ਹੈ। ਵਿਛੋੜਾ ਹੈ, ਕਿਉਂਕਿ ਜਦ ਪਤਝੜ ਦੀ ਗੱਲ ਕਰੋ, ਪਤਝੜ ਦੇ ਵਿੱਚ ਇਵੇਂ ਦੇ ਹਾਲਾਤ ਬਣੇ ਹੁੰਦੇ ਨੇ, ਟਾਹਣੀਆਂ ਨਾਲੋਂ ਪੱਤੇ ਝੜ ਜਾਂਦੇ ਨੇ, ਜਿਹੜੀਆਂ ਕਰੁੰਬਲਾਂ ਨੇ ਉਹ ਬਿਲਕੁਲ ਸੁੱਕ ਜਾਂਦੀਆਂ ਨੇ, ਟਾਹਣੀਆਂ ਸੁੱਕ ਜਾਂਦੀਆਂ ਨੇ, ਪੱਤੇ ਝੜ ਜਾਂਦੇ ਨੇ। ਉਹਨਾਂ ਦੇ ਉੱਪਰ ਇਹ ਵਿਰਾਨੀ ਨਹੀਂ, ਕਿਉਂਕਿ ਪਤਝੜ ਇੱਕ ਮਾਯੂਸੀ ਹੈ, ਇੱਕ ਉਹ ਦੁਖਦਾਈ ਸਮਾਂ ਹੈ ਜਦੋਂ ਸਾਰੇ ਪਾਸੇ ਵੈਰਾਨੀ ਛਾਈ ਹੋਈ ਹੈ। ਵੈਰਾਨੀ ਛਾਣ ਦੇ ਨਾਲ ਉਹ ਸਾਰੇ ਬੰਨੇ ਮਾਯੂਸੀ ਪੈਦਾ ਹੋਈ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਉਂਕਿ ਚੇਤ ਤੇ ਵਿਸਾਖ ਦੇ ਮਹੀਨੇ ਦੇ ਅੰਦਰ ਬਸੰਤ ਰੁੱਤ ਪੈਦਾ ਹੁੰਦੀ ਹੈ, ਤੇ ਬਸੰਤ ਦਾ ਅਰਥ ਹੀ ਖੇੜਾ ਹੈ। ਵਿਸਾਖ, ਚੇਤ ਤੇ ਵਿਸਾਖ ਮਹੀਨੇ ਦੇ ਅੰਦਰ ਬਸੰਤ ਰੁੱਤ ਪੈਦਾ ਹੁੰਦੀ ਹੈ। ਉਦੋਂ ਚਾਰ ਸਫੇਰੇ ਜਿਹੜੇ ਰੁੱਖ ਵੈਰਾਨ ਹੋਏ ਸਨ, ਜਿਨ੍ਹਾਂ ਦੇ ਉੱਪਰ ਪਤਝੜ ਸੀ, ਜਿਨ੍ਹਾਂ ਦੇ ਟਾਹਣੀਆਂ ਦੇ ਉੱਤੇ ਕੋਈ ਫਲ ਨਹੀਂ ਸੀ, ਫੁੱਲ ਨਹੀਂ ਸਨ, ਜਦੋਂ ਪਤਝੜ ਸੀ ਸਾਰੇ ਬੰਨੇ ਵੈਰਾਨੀ ਛਾਈ ਹੋਈ ਸੀ। ਜਦ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੋਈ, ਜਦੋਂ ਬਸੰਤ ਰੁੱਤ ਆਈ, ਬਸੰਤ ਰੁੱਤ ਆਉਣ ਤੋਂ ਬਾਅਦ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ, ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹਨ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜੀ ਜੀਵ ਇਸਤਰੀ ਉਸ ਪਰਮਾਤਮਾ ਨਾਲੋਂ ਟੁੱਟੀ ਹੈ, ਵਿਛੜੀ ਹੈ, ਉਹਦੀ ਜ਼ਿੰਦਗੀ ਦੇ ਅੰਦਰ ਟਿਕਾ ਤਦੋਂ ਹੀ ਆਵੇਗਾ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਕਰਤਾ ਆ ਜਾਵੇਗਾ। ਬਸੰਤ ਰੁੱਤ ਦੇ ਕਰਕੇ ਹਰ ਪਾਸੇ ਹਰਿਆਵਲ ਹੈ, ਪ੍ਰਫੁੱਲਤਾ ਹੈ, ਹਰ ਪਾਸੇ ਖੁਸ਼ੀਆਂ ਹਨ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜੀ ਜੀਵ ਇਸਤਰੀ ਦੇ ਕੋਲ ਤੇ ਪਤੀ ਪਰਮਾਤਮਾ ਹੈ, ਉਹਦਾ ਦੇ ਅੰਦਰ ਦਾ ਖੇੜਾ ਉਸ ਬਸੰਤ ਦੀ ਰੁੱਤ ਦੀ ਤੜਾ ਹੈ। ਜਿਵੇਂ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ ਤਾਂ ਸਤਿਗੁਰੂ ਜੀ ਕਹਿੰਦੇ ਨਾਨਕ ਤਿਨਾ ਬਸੰਤ ਹੈ। ਜਿਨ੍ਹਾਂ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਘਰ ਬਸੰਤ ਹੈ। ਬਸੰਤ ਦੀ ਰੁੱਤ ਦਾ ਜ਼ਿਕਰ ਕਰਦਾ ਹੈ, ਬਸੰਤ ਦੀ ਰੁੱਤ ਦਾ ਜ਼ਿਕਰ ਕੀਤਾ, ਨਾਨਕ ਤਿਨਾ ਬਸੰਤ ਹੈ। ਉਹਨਾਂ ਦੇ ਘਰ ਬਸੰਤ ਹੈ, ਉਹਨਾਂ ਦੇ ਘਰ ਖੁਸ਼ੀ ਖੇੜਾ ਹੈ। ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਘਰ ਪ੍ਰਭੂ ਪਤੀ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਹੋਂਦ ਹੈ, ਕਿਉਂਕਿ ਜਿਹਦੇ ਅੰਦਰ ਪ੍ਰੇਮ ਨਹੀਂ, ਅਣਹੋਂਦ ਹੈ, ਉੱਥੇ ਖੇੜਾ ਨਹੀਂ ਆ ਸਕਦਾ, ਉੱਥੇ ਖੁਸ਼ੀ ਨਹੀਂ ਆ ਸਕਦੀ, ਉੱਥੇ ਆਨੰਦ ਪੈਦਾ ਨਹੀਂ ਹੋ ਸਕਦਾ। ਜਿੱਥੇ ਪ੍ਰਭੂ ਪਰਮਾਤਮਾ ਦੀ ਹੋਂਦ ਨਹੀਂ, ਤੇ ਜਿੱਥੇ ਹੋਂਦ ਨਹੀਂ ਉੱਥੇ ਪਰਮਾਤਮਾ ਨਹੀਂ ਹੋ ਸਕਦਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ ਸੇ ਅਹਨਸ ਫਿਰਤ ਜਲੰਤ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੰਤ ਦੂਰ ਨੇ, ਜਿਹੜੀਆਂ ਆਪਣੇ ਕੰਤ ਤੋਂ ਆਪਣੇ ਪਤੀ ਨੂੰ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਨੇ, ਸਤਿਗੁਰੂ ਜੀ ਕਹਿੰਦੇ ਉਹ ਅਹਨਸ ਫਿਰਨ ਜਲੰਤ, ਉਹ ਦਿਨ ਰਾਤ ਅੰਦਰੋਂ ਤੜਪਦੀਆਂ ਨੇ, ਕਰਲਾਉਂਦੀਆਂ ਨੇ, ਅੰਦਰੋਂ ਖਵਾਰ ਹੋਈਆਂ ਪਈਆਂ ਨੇ, ਕਿਉਂਕਿ ਅੰਦਰ ਖੇੜਾ ਨਹੀਂ। ਜਦ ਪਤੀ ਦੀ ਤਾਂਘ ਹੋਵੇਗੀ, ਜਦ ਪਤੀ ਦੀ ਹੋਂਦ ਹੋਵੇਗੀ ਤੇ ਅੰਦਰ ਖੇੜਾ ਬਣ ਜਾਵੇਗਾ। ਸਤਿਗੁਰੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹੱਕ ਤੁਖਾਰੀ ਰਾਗ ਦੇ ਅੰਦਰ ਕਿਰਪਾ ਕੀਤੀ, ਵਿਸਾਖ ਭਲਾ ਸਾਖਾ ਵੇਸ ਕਰੇ। ਸਤਿਗੁਰੂ ਜੀ ਕਹਿੰਦੇ ਵਿਸਾਖ ਕਦੋਂ ਚੰਗਾ ਹੈ? ਜਦੋਂ ਵਿਸਾਖ ਦੇ ਵਿੱਚ ਚਾਰੇ ਪਾਸੇ ਹਰਿਆਵਲ ਹੈ, ਚਾਰੇ ਪਾਸੇ ਬਨਸਪਤੀ ਪ੍ਰਫੁੱਲਤ ਹੈ। ਵਿਸਾਖ ਦੇ ਮਹੀਨੇ ਦੇ ਅੰਦਰ ਬਸੰਤ ਰੁੱਤ ਦਾ ਆਰੰਭ ਹੋ ਜਾਂਦਾ, ਚੇਤ ਤੇ ਵਿਸਾਖ ਦੇ ਅੰਦਰ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਅੰਦਰ ਬਸੰਤ ਨਹੀਂ ਬਣਦੀ, ਅੰਦਰ ਬਸੰਤ ਰੁੱਤ ਦਾ ਖੇੜਾ ਨਹੀਂ ਬਣਦਾ, ਉਹਨਾਂ ਚਿਰ ਹਰ ਪਾਸੇ ਵੈਰਾਨੀ ਹੈ, ਹਰ ਪਾਸੇ ਹੀ ਆਪਣਾ ਇਹ ਦੁੱਖ ਹੈ। ਕਿਉਂਕਿ ਖੁਸ਼ੀ ਤਦੋਂ ਹੀ ਆਉਣੀ ਜਦੋਂ ਅੰਦਰ ਹਰਿਆਵਲ ਹੋਵੇਗੀ,
जिन्ना चिर तक अंदर हरियावल नहीं हुंदी उन्ना चिर तक सतगुरु जी कहते ये जीवन जिहड़ा वो पतझड़ की तरह जिवें दरख्तां नालों पत्ते झड़ जाते वो किसी को सुख नहीं दे सकते। हर पासे वैरानी है, कोई छां नहीं, कोई हरियावल नहीं, हर पासे बेचैनी है। तो ये बेचैनी तदों दूर होवेगी जदों अपना बसंत रुत जिथे संसार दे विच बसंत रुत प्रफुल्लित हुंदी, बागां बगीचियां दे विच रौनकां लग जांदियां ने, फुल्लां दे बूटियां दे उत्ते खेड़े आ जांदे ने, रुखां दे उत्ते दरपत्ते लग जांदे ने, और नवीआं नवीआं कुरुंगलां फुटदियां ते मन नूं बड़ा सकून दिंदियां ने। जिस दिन तेरे अंदर बसंत बन जाएगी, जिस दिन तू अपने प्रभु परमात्मा के नाल मिलाप बना लवेगा, उस दिन आजीवन की बसंत रुत बन जाएगी। उस दिन जिंदगी के अंदर खेड़ा पैदा हो जाएगा, उस दिन खुशी पैदा हो जाएगी। सतगुरु जी ने कृपा की, वैसाख धीरन क्यों वाढ़िया, जिन्ना प्रेम विछो वैसाख के खखे नूं सिहारी लगना, वैसाख दे विच धीरन धीरज, उन्होंने धीरज कित्थों मिलेगा, उन्होंने सुकून कित्थों मिलेगा, उन्होंने सुख कित्थों मिलेगा, उन्होंने टिका कित्थों मिलेगा। वैसाख धीरन क्यों वाढ़िया, वाढ़िया तो अतर जिहड़ियां विछड़ियां होईयां ने, जिहड़ियां अपने प्रभु परमात्मा दे नालों नाता तोड़ चुकियां ने, वो तो जिउंदे जी संसार दे विच चल रहीआं ने, खा रहीआं ने, हंडा रहीआं ने। पर सतगुरु जी कहते जिहड़ी अंदरों नाता तोड़ चुकी है ना, वो अंदरों श्वास जो शरीर नालों नाता तोड़ लेंदे, शरीर की कोई कदर ते कीमत नहीं रह जाती। ते जिहड़ी परमात्मा नूं, जिहड़ी आत्मा अंदरों मर जाती है, खुवार हो जाती है, जिहड़ी उस करते नालों अपना नाता तोड़ लैंदी है, सतगुरु जी कहते वो भी जिउंदियां लाशां दे बराबर है, जिहदे अंदरों परमात्मा के नाम की होंद खत्म हो जाया करती है। सतगुरु जी कृपा करते, वैसाख धीरन क्यों वाढ़िया, जिन्ना प्रेम विछो, विछो का अर्थ है कि जिन्हों के अंदर प्रेम की अनहोंद है, जिन्हों के अंदर होंद नहीं अनहोंद है कि करते दे नाल किवें मिलिया जाए, उहदे नाल मिलाप किवें कीता जाए। क्योंकि वो विसाख के महीने की सतगुरु जी गल करते हैं, उन्होंने धीरज किवें मिले, उन्होंने तरवास किवें मिले, उन्होंने टिका किवें मिले, जिहड़ियां अपने करते पुरख नालों जिन्हें पैदा किया उहदे नाल विछड़ियां पईयां। उदाहरण दवां भाई साहब भाई वीर सिंह जी की। भाई साहब भाई वीर सिंह जी एक कोले की उदाहरण देंदे ने। कोले की जदों कोला भट्ठी दे विचों बाहर डिग गया, एक कोले की भट्ठी जिहड़ी है ਉਹਦੇ ਵਿੱਚ ਕੋਲੇ ਪਏ ਨੇ ਤੇ ਉਹ ਅੱਗ ਦੇ ਨਾਲ ਲਾਲ ਸੁਰਖ ਰੂਹ ਨੇ। ਕੋਲੇ ਜਿੰਨਾ ਚਿਰ ਭੱਠੀ ਦੇ ਨਾਲ ਜੁੜੇ ਨੇ ਉਹਨਾਂ ਚਿਰ ਅੰਦਰ ਲਾਲਗੀ ਹੈ, ਸੁਹੱਪਣ ਹੈ, ਲਾਲਪਨ ਹੈ, ਅੰਗਿਆਰੇ ਭਖ ਰਹੇ ਨੇ। ਪਰ ਉਸੇ ਭੱਠੀ ਦੇ ਵਿੱਚੋਂ ਜਦੋਂ ਇੱਕ ਕੋਲਾ ਨਿਕਲ ਜਾਂਦਾ ਹੈ, ਜਦੋਂ ਕੋਲਾ ਬਾਹਰ ਡਿੱਗ ਜਾਂਦਾ ਭੱਠੀ ਨਾਲ ਨਾਤਾ ਤੋੜ ਲੈਂਦਾ ਨਾ, ਉਦੋਂ ਉਸ ਕੋਲੇ ਦੇ ਵਿੱਚ ਕਾਲਕ ਪੈਦਾ ਹੋ ਜਾਂਦੀ ਹੈ, ਕਾਲਾਪਨ ਪੈਦਾ ਹੋ ਜਾਂਦਾ ਹੈ। ਉਹ ਕੋਲਾ ਜਿਹੜਾ ਅੱਗ ਦੇ ਵਿੱਚ ਪਹਿਚਾਨਿਆ ਨਹੀਂ ਸੀ ਜਾਂਦਾ, ਜਦੋਂ ਭੱਠੀ ਦੇ ਵਿੱਚ ਸੀ ਉਹਦਾ ਰੰਗ ਜਿਹੜਾ ਇਹਨਾਂ ਸੁਰਖ ਨੂੰ ਲਾਲ ਸੀ। ਜਦੋਂ ਉਹ ਕੋਲਾ ਭੱਠੀ ਚੋਂ ਬਾਹਰ ਡਿੱਗਾ, ਭੱਠੀ ਨਾਲੋਂ ਨਾਤਾ ਤੋੜਿਆ ਤੇ ਉਹਦੇ ਵਿੱਚ ਕਾਲਕ ਪੈਦਾ ਹੋ ਗਈ ਤੇ ਉਹਨੂੰ ਜਿਹੜਾ ਵੀ ਹੱਥ ਲਾਉਂਦਾ ਉਹਦੇ ਹੱਥ ਕਾਲੇ ਕਰ ਦਿੰਦਾ, ਜਿਹਦੇ ਕੱਪੜੇ ਨਾਲ ਲੱਗਦਾ ਉਹਦੇ ਕੱਪੜੇ ਕਾਲੇ ਕਰ ਦਿੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਬੜੇ ਯਤਨ ਕੀਤੇ ਕਿ ਇਸ ਕੋਲੇ ਦੀ ਜਿਹੜੀ ਰੂਹਾਨਗੀ ਹੈ ਇਹਦਾ ਅਸਲ ਰੂਪ ਵਾਪਸ ਆ ਜਾਵੇ। ਬੜੇ ਢੰਗ ਦੇ ਤਰੀਕੇ ਵਰਤੇ ਨੇ ਕਿ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਕੋਲਾ ਜਿਹੜਾ ਹੈ ਉਹ ਲਾਲ ਹੋ ਜਾਵੇ, ਉਹਦੇ ਚ ਲਾਲਗੀ ਆ ਜਾਵੇ, ਉਹਦੇ ਚ ਸੋਹਣਾਪਨ ਆ ਜਾਵੇ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਸਾਬਣ ਲਾ ਲਾ ਕੇ ਉਸ ਕੋਲੇ ਨੂੰ ਧੋਤਾ ਜਿਹੜਾ ਭੱਠੀ ਚੋਂ ਬਾਹਰ ਡਿੱਗ ਚੁੱਕਾ ਸੀ, ਜਿਹੜਾ ਕੋਲਾ ਭੱਠੀ ਨਾਲੋਂ ਨਾਤਾ ਟੁੱਟ ਚੁੱਕਿਆ ਸੀ। ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਉਹਨੂੰ ਆਪਣਾ ਉਹਦਾ ਸਾਬਣ ਉਹਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਉਸ ਕੋਲੇ ਨੂੰ ਮੈਂ ਸਾਬਣ ਨਾਲ ਧੋਤਾ ਕਿ ਸ਼ਾਇਦ ਸਾਬਣ ਦੇ ਨਾਲ ਇਹਦਾ ਰੰਗ ਰੂਪ ਵਾਪਸ ਆ ਜਾਵੇ। ਸਾਬਣ ਦੇ ਨਾਲ ਉਹ ਰੰਗ ਵਾਪਸ ਨਹੀਂ ਆਇਆ। ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਫਿਰ ਮੈਂ ਕੋਸ਼ਿਸ਼ ਕੀਤੀ ਸ਼ਾਇਦ ਸਾਬਣ ਦੇ ਨਾਲ ਇਹਦੀ ਜਿਹੜੀ ਰੂਹਾਨਗੀ ਹੈ ਇਹਦਾ ਰੰਗ ਵਾਪਸ ਨਹੀਂ ਆਉਣਾ। ਚੱਲ ਮੈਂ ਹੋਰ ਕੋਸ਼ਿਸ਼ ਕਰਦਾ ਵਾਂ, ਦੁੱਧ ਦਹੀਂ ਵਿੱਚ ਪਾਇਆ, ਫਿਰ ਦੁੱਧ ਤੇ ਦਹੀਂ ਦੇ ਵਿੱਚ ਘੋਲਿਆ, ਉਹਨੂੰ ਪਾਇਆ। ਉਸ ਕੋਲੇ ਨੂੰ ਜਦੋਂ ਦੁੱਧ ਤੇ ਦਹੀਂ ਦੇ ਵਿੱਚ ਪਾ ਕੇ ਕੱਢਿਆ ਤੇ ਫਿਰ ਉਹਨੇ ਰੰਗ ਨਹੀਂ ਮਿਟਾਇਆ। ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾਲ ਰੰਗਨ ਕੀ ਧਰਿਆ ਰੰਗ ਨਾ ਉਸ ਮਿਟਾਇਆ। ਜਦੋਂ ਦੇਖੋ
ਕਿਸੇ ਕੱਪੜੇ ਦੇ ਉੱਤੇ ਰੰਗ ਨਹੀਂ ਨਾ ਚੜ੍ਹਦਾ ਤੇ ਉਹਦੇ ਤੇ ਖੁੰਬ ਚਾੜੀ ਜਾਂਦੀ ਹੈ, ਉਹਦੇ ਤੇ ਮਾਇਆ ਚਾੜੀ ਜਾਂਦੀ ਹੈ ਕਿ ਇਹਦੇ ਜਿਹੜੀ ਆਪਣਾ ਰੰਗ ਦੀ, ਇਸ ਕੱਪੜੇ ਦੀ ਜਿਹੜੀ ਰੰਗ ਦੀ ਇੱਕ ਪਕੜ ਹੈ ਉਹ ਖੁੰਬ ਦੇ ਨਾਲ ਉਹਦੇ ਨਾਲ ਹੋ ਜਾਵੇ। ਜਦੋਂ ਲਲਾੜੀ ਕੱਪੜੇ ਰੰਗਦਾ ਤੇ ਕੱਪੜੇ ਜਿਹੜੇ ਕੱਪੜੇ ਤੇ ਰੰਗ ਨਹੀਂ ਚੜ੍ਹਦਾ, ਰੰਗ ਪਕੜ ਨਹੀਂ ਕਰਦਾ ਤੇ ਉਹਨੂੰ ਖੁੰਬ ਚਾੜੀ ਜਾਂਦੀ ਹੈ। ਖੁੰਬ ਤਾਂ ਚਾੜੀ ਜਾਂਦੀ ਕਿ ਇਹ ਕੱਪੜਾ ਜਿਹੜਾ ਹੈ ਇਸ ਰੰਗ ਨੂੰ ਪਕੜ ਲਵੇ, ਪਕੜ ਬਣ ਜਾਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਖੁੰਬੇ ਚਾਰ ਰੰਗਨ ਪੀ ਧੜਿਆ, ਰੰਗ ਨਾ ਉਸ ਵਟਾਇਆ। ਹੁਣ ਕੱਪੜੇ ਦੀ ਤਰ੍ਹਾਂ ਜਿਵੇਂ ਆਪਣਾ ਖੁੰਬ ਚਾੜੀ ਦੀ ਤੇ ਕੱਪੜੇ ਤੇ ਰੰਗ ਚਾੜਨ ਦੀ ਕੋਸ਼ਿਸ਼ ਕਰੀਏ, ਇਸੇ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਸ਼ਾਇਦ ਕੋਲੇ ਤੇ ਖੁੰਬ ਚਾੜ ਦੇਵਾਂ, ਇਹਦੇ ਨਾਲ ਰੰਗ ਵਟਾ ਲਓਗੇ, ਇਹਦੇ ਨਾਲ ਲਾਲ ਹੋ ਜਾਊਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਗੱਲ ਨਹੀਂ ਬਣੀ। ਖੁੰਬੇ ਚਾਰ ਰੰਗਨ ਪੀ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਜੋ ਕਾਲਖ ਹੋਏ ਬਿਨ ਮਿਲਿਆ ਨਹੀਂ ਲੈਂਦੀ। ਜਿਹੜੀ ਭਾਈ ਗੁਰੂ ਭਾਈ ਵੀਰ ਸਿੰਘ ਜੀ ਕਹਿੰਦੇ ਜਿਹੜੀ ਭੱਠੀ ਦੇ ਨਾਲ ਵਿਛੜ ਕੇ ਕਾਲਖ ਆਈ ਹੈ ਨਾ, ਉਹ ਬਿਨਾਂ ਮਿਲਣ ਤੋਂ ਨਹੀਂ ਜਲਤਦੀ। ਜਿੰਨਾ ਚਿਰ ਤੱਕ ਉਹ ਭੱਠੀ ਦਾ ਹਿੱਸਾ ਨਹੀਂ ਬਣਦਾ, ਉਹਨਾਂ ਕੋਲਿਆਂ ਦੇ ਵਿੱਚ ਆਪਣਾ ਆਪ ਨਹੀਂ ਗਵਾਉਂਦਾ, ਉਹਨਾਂ ਦੇ ਵਿੱਚ ਜਿੰਨਾ ਚਿਰ ਤੱਕ ਪੈਂਦਾ ਨਹੀਂ ਉਹਨਾਂ ਕੋਲਿਆਂ ਦੇ ਵਿੱਚ, ਉਹਨਾਂ ਚਿਰ ਤੱਕ ਉਹਦੇ ਅੰਦਰ ਲਾਲਗੀ ਨਹੀਂ ਆਉਣੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਵਿਛੜ ਕੇ ਜੋ ਕਾਲਖ ਆਈ ਬਿਨ ਮਿਲਿਆ ਨਹੀਂ ਲੈਂਦੀ। ਤੇ ਯਾਦ ਰੱਖਿਓ ਤੇ ਸਾਡੇ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਰੱਬ ਨਾਲ ਜਦੋਂ ਆਪਾਂ ਵਿਛੜ ਜਾਂਦੇ ਆ ਨਾ, ਪਰਮਾਤਮਾ ਨਾਲ ਨਾਤਾ ਤੋੜ ਲੈਂਦੇ ਆ, ਸਾਡੇ ਅੰਦਰ ਕਿਹੜੀ ਕਾਲਖ ਪੈਦਾ ਹੁੰਦੀ ਹੈ? ਵਿਸ਼ੇ ਦੇ ਵਿਕਾਰਾਂ ਦੀ, ਲਾਲਚ ਦੀ, ਹੰਕਾਰ ਦੀ, ਫਿਰ ਮੋਹ ਦੀ, ਏਦਾਂ ਦੀ ਕਾਲਖ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੋ ਜਾਂਦੀ ਹੈ। ਅਸੀਂ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣਾ ਪਰਿਵਾਰ ਤੇ ਦੇਖਣਾ, ਸਾਨੂੰ ਦੂਸਰੇ ਦਾ ਪਰਿਵਾਰ ਗਰੀਬ ਦਾ ਦਿਖਦਾ, ਉਹਦੇ ਕੋਲ ਰਿਸ਼ਵਤ ਲੈਣੀ ਸ਼ੁਰੂ ਕਰ ਦਿੰਦੇ, ਕਿਉਂਕਿ ਰੱਬ ਨਾਲ ਜਦੋਂ ਟੁੱਟੇਗਾ ਬੰਦਾ ਉਦੋਂ ਉਹਦੇ ਅੰਦਰ ਕਾਲਖ ਪੈਦਾ ਹੋਵੇਗੀ। ਚਾਹੇ ਕਾਮ ਦੀ ਲੈ ਲਓ, ਚਾਹੇ ਕ੍ਰੋਧ ਦੀ ਲੈ ਲਓ, ਚਾਹੇ ਲੋਭ ਦੀ ਲੈ ਲਓ, ਚਾਹੇ ਹੰਕਾਰ ਦੀ ਲੈ ਲਓ, ਚਾਹੇ ਮੋਹ ਦੀ ਅੱਗ ਲੈ ਲਓ, ਉਹਦੇ ਵਿੱਚ ਬੰਦਾ ਸਤਿਗੁਰੂ ਜੀ ਕਹਿੰਦੇ ਜਦੋਂ ਉਸ ਪਰਮਾਤਮਾ ਨਾਲ ਨਾਤਾ ਤੋੜ ਲਵੇਗਾ ਨਾ, ਉਦੋਂ ਐਵੇਂ ਹੀ ਜ਼ਿੰਦਗੀ ਖਵਾਰ ਹੋਵੇਗੀ। ਵਿਛੜ ਕੇ ਜੋ ਕਾਲਖ ਆਏ ਬਿਨ ਮਿਲਿਆ ਨਹੀਂ ਲੈਂਦੀ। ਭਾਈ ਗੁਰਦਾਸ ਜੀ ਨੇ, ਭਾਈ ਵੀਰ ਸਿੰਘ ਜੀ ਨੇ ਅੰਤ ਤੇ ਕਿਰਪਾ ਕੀਤੀ, ਅੰਗ ਅੱਗ ਤੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਉਹ ਕੋਲਾ ਅੱਗ ਦੇ ਵਿੱਚ ਸੁੱਟ ਕੇ ਵੇਖਿਓ ਕਿਵੇਂ ਭਵਾਕੇ ਮਾਰਦਾ। ਉਸ ਕੋਲੇ ਨੂੰ ਪਹਿਚਾਣ ਨਹੀਂ ਸਕਦਾ ਜਿਹੜਾ ਕੋਲਾ ਭੱਠੀ ਚੋਂ ਬਾਹਰ ਡਿੱਗਾ ਸੀ। ਉਸੇ ਕੋਲੇ ਨੂੰ ਆਪਣਾ ਉਸ ਭੱਠੀ ਦੇ ਵਿੱਚ ਸੁੱਟਾਂਗੇ ਤੇ ਉਹਦਾ ਰੰਗ ਅਸੀਂ ਪਹਿਚਾਣ ਨਹੀਂ ਸਕਦੇ, ਉਸ ਕੋਲੇ ਦੀ ਪਹਿਚਾਣ ਨਹੀਂ ਕਰ ਸਕਦੇ ਕਿ ਉਹ ਕੋਲਾ। ਇਸੇ ਤਰ੍ਹਾਂ ਜਿਸ ਦਿਨ ਅਸੀਂ ਵਾਹਿਗੁਰੂ ਪਰਮਾਤਮਾ ਨਾਲ ਜੁੜ ਜਾਵਾਂਗੇ ਨਾ, ਸਾਨੂੰ ਅਸਲ ਜੀਵਨ ਜਿਉਣ ਦੀ ਜੁਗਤ ਆ ਜਾਵੇਗੀ, ਢੰਗ ਤੇ ਤਰੀਕਾ ਆ ਜਾਵੇਗਾ। ਸਾਨੂੰ ਸਾਰੇ ਸਮਾਜ ਦੇ ਅੰਦਰ ਫਿਰ ਪਰਮਾਤਮਾ ਦਿਖੇਗਾ। ਫਿਰ ਇਹ ਇਦਾਂ ਦੀ ਭਾਵਨਾ ਬਣ ਜਾਏਗੀ, ਇਹ ਨੇਤਰੋਂ ਮੇਰੇ ਹਰ ਤੁਮੇ ਜੋਤ ਰੱਖੀ, ਤਾਂ ਤੂੰ ਤੇਰੇ ਅੱਖਾਂ ਦੇ ਵਿੱਚ ਉਸ ਪਰਮਾਤਮਾ ਨੇ ਜੋਤ ਟਿਕਾਈ ਹੋਈ ਹੈ। ਉਸ ਪਰਮਾਤਮਾ ਦੀ ਜੋਤ ਜਿਹੜੀ ਹੈ, ਇਹ ਵਿਸ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਜੀ ਕਹਿੰਦੇ ਫਿਰ ਆ ਵਿਸ਼ਵ ਪੂਰਾ ਸੰਸਾਰ ਤੋਂ ਦੇਖੇਗਾ ਨਾ, ਇਹ ਸਾਰਾ ਉਸ ਪਰਮਾਤਮਾ ਦਾ ਘਰ ਹੀ ਦਿਖੇਗਾ। ਇਹ ਵਿਸ਼ਵ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਫਿਰ ਇੱਕ ਨੂੰਹ ਦੇ ਵਿੱਚ ਵੀ ਰੱਬ ਦਿਖੇਗਾ, ਇੱਕ ਸੱਸ ਦੇ ਵਿੱਚ ਵੀ ਰੱਬ ਦਿਖੇਗਾ। ਫਿਰ ਤੇਲ ਪਾਲ ਕੇ ਨੂੰਹ ਨੂੰ ਸਾੜਿਆ ਨਹੀਂ ਜਾਵੇਗਾ, ਫਿਰ ਨੂੰਹਾਂ ਨੂੰ ਘਰਾਂ ਚੋਂ ਕੁੱਟ ਮਾਰ ਕੇ ਕੱਢਿਆ ਨਹੀਂ ਜਾਵੇਗਾ। ਜਦੋਂ ਤੇਰੇ ਅੰਦਰ ਪਰਮਾਤਮਾ ਦੀ ਹੋਂਦ ਪੈਦਾ ਹੋ ਜਾਵੇਗੀ, ਉਦੋਂ ਤੂੰ ਕਿਸੇ ਦੇ ਨਾਲ ਗਲਤ ਨਹੀਂ ਕਰੇਗਾ, ਕਿਸੇ ਦੇ ਨਾਲ ਆਪਣਾ ਮਿਸਬਿਹੇਵ ਨਹੀਂ ਕਰੇਗਾ, ਕਿਸੇ ਨੂੰ ਮਾੜਾ ਨਹੀਂ ਬੋਲੇਗਾ, ਕਿਸੇ ਨੂੰ ਗਾਲੀ ਗਲੋਚ ਨਹੀਂ ਕਰੇਗਾ, ਕਿਸੇ ਨੂੰ ਇਹਨਾਂ ਅੱਖਾਂ ਦੇ ਨਾਲ ਮਾੜੇ ਢੰਗ ਤੇ ਤਰੀਕੇ ਨਾਲ ਨਹੀਂ ਦੇਖੇਗਾ। ਜਿਸ ਦਿਨ ਇਹ ਭਾਵਨਾ ਅੰਦਰ ਪੈਦਾ ਹੋ ਜਾਵੇਗੀ, ਇਹ ਵਿਸ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਏ, ਸਾਰਾ ਉਸ ਮਾਲਕ ਦਾ ਪਸਾਰਾ ਹੈ। ਇਹ ਜਗ ਸੱਚੇ ਕੀ ਹੈ ਕੋਠੀ, ਸੱਚੇ ਕਾ ਵਿਸ਼ਵਾਸ। ਇਹ ਕਦੋਂ ਹੋਣਾ? ਜਦੋਂ ਮਿਲਾਂਗੇ ਤੇ ਜਦੋਂ ਵਿਛੜੇ ਰਹਾਂਗੇ, ਉਦੋਂ ਸਾਡੀ ਜ਼ਿੰਦਗੀ ਦੇ ਅੰਦਰ ਇਹੋ ਹਾਲਤ ਉਸ ਕੋਲੇ ਦੀ ਤਰ੍ਹਾਂ ਹੈ। ਜਿਵੇਂ ਕੋਲਾ ਭੱਠੀ 'ਚ ਬਾਹਰ ਡਿੱਗਾ, ਉਹਦੀ ਹਾਲਤ ਵੀ ਐਵੇਂ ਦੀ ਹੈ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਅਸੀਂ ਪਰਮਾਤਮਾ ਨਾਲ ਟੁੱਟੇ ਰਵਾਂਗੇ, ਸਾਡੀ ਹਾਲਤ ਵੀ ਇਹ ਹੈ, ਅਸੀਂ ਆਪਣੇ ਆਪ ਨੂੰ ਰੱਬ ਨਹੀਂ ਦੇਖਣਾ, ਆਪਣੇ ਆਪ ਨੂੰ ਆਪਣਾਪਨ ਨਹੀਂ ਦੇਖਦੇ। ਇਸੇ ਕਰਕੇ ਨਹੀਂ ਦੇਖਦੇ ਕਿਉਂਕਿ ਸਾਡੇ ਅੰਦਰ ਪਰਮਾਤਮਾ ਦੇ ਪ੍ਰੇਮ ਦੀ ਹੋਂਦ ਨਹੀਂ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਵੈਸਾਖ ਧੀਰਨ ਕਿਉਂ ਵਾਂਢੀਆਂ, ਜਿੰਨਾ ਪ੍ਰੇਮ ਵਿਸ਼ੋ। ਸਤਿਗੁਰੂ ਜੀ ਕਹਿੰਦੇ ਵਿਸਾਖ ਮਹੀਨੇ ਦੇ ਵਿੱਚ ਉਹਨਾਂ ਨੂੰ ਕਿਵੇਂ ਧੀਰਜ ਮਿਲੇ, ਧਰਵਾਸ ਮਿਲੇ, ਜਿਹੜੀਆਂ ਉਸ ਪਰਮਾਤਮਾ ਵਾਹਿਗੁਰੂ ਨਾਲ ਵਿਛੜੀਆਂ ਹੋਈਆਂ ਨੇ, ਟੁੱਟੀਆਂ ਹੋਈਆਂ ਨੇ, ਉਹਨਾਂ ਅੰਦਰ ਪਰਮਾਤਮਾ ਦੇ ਪ੍ਰੇਮ ਦੀ ਹੋਂਦ ਨਹੀਂ।
परमात्मा के प्रेम का खेड़ा नहीं, क्योंकि वो विछड़ियां हुई ने। ਜਿਹੜੀਆਂ जीव इस्त्रियां उस वाहिगुरू नाल विछड़ियां ने, उन्हां दी हालत इवें होनी है जदों प्रेम ही नहीं ते प्यार कितों पैदा होगा। प्रेम की गल है ना, तो प्रेम प्यार दे विच जिहड़ी ने करते अगे शर्त रखी नहीं जाती, शर्त मनवाई नहीं जाती, उहदे अगे अपना आप समर्पण करना पैंदा, समर्पित करना पैंदा। जदों प्यारे दे अगे आपां झुकना है, प्यारे दे अगे शर्त मनवाई नहीं जाती, केवल मन्नी जाती है। इवें ही धन गुरु गोबिंद सिंह पातशाह जी के जीवन की एक गाथा है। जब गुरु कलगीधर पातशाह जी ने 1699 के अंदर वैसाखी के पावन पुरब के उत्ते अमृत संचार किया, अमृत खंडे बाटे की पहुल छिकाई, 5 प्यारे जेल ने भाई दया सिंह जी, भाई धर्म सिंह जी, भाई हिम्मत सिंह जी, भाई मोहकम सिंह जी, भाई साहिब सिंह जी गुरु साहब जी के बचना की पालना करते गुरु साहब ने एक आवाज मारी ते पंजे दे पंजे गुरु साहब जी के अगे पेश हो गए। उत्थे ये नहीं कहा गया कि सानू क्यों बुला रहे, इत्थे यह भी गल मन्नी जाती है कई मौत के खौफ तो, मौत के डर तो गुरु साहब जी के अगे नहीं आए। उत्थे परख हो गई कि किन्ने क सिंह गुरु नूं हाजर नाजर गुरु की आग्या का पालन करते हैं। सतगुरु गुरु गोबिंद सिंह साहब जी ने जदों आवाजे मारे, 5 सिंह अगे आउंदे ने, भाई दया सिंह, भाई धर्म सिंह। तो कई बार साडे मन के अंदर ये भी अपना सवाल पैदा हो जाता है कि शायद जो गुरु साहब ने इकट्ठ किया उस इकट्ठ के इकट्ठे हुए होंगे। नहीं पढ़ियो, ये बड़े समय का संबंध है गुरु साहब जी के नाल। भाई दया सिंह जी का ना संबंध जिहड़ा गुरु अंगद देव पातशाह, गुरु अमरदास पातशाह जी के समय तो उन्होंने पीढ़ी का चलता आ रहा है। भाई पारो चुलका जी ने उन्होंने पीढ़ी ने भाई साहब भाई दया सिंह जी, गुरु अंगद गुरु अमरदास पातशाह ने परमहंस का उन्होंने अपना खिताब दिता है, परमहंस का खिताब दिता भाई पारो चुलका जी को। उन्होंने पीढ़ी के हुए ने भाई सुधा जी, तो सुधा का अर्थ है अमृत, सुधा का जो अर्थ है ना वो अमृत है। तो भाई सुधा जी का सपुत्र है भाई दया सिंह जी। तो भाई दया सिंह जी ये ना समझिए कि एक दो दिन गुरु साहब ने इकट्ठ किया तो उस इकट्ठ के इकट्ठे हो गए तो आ गए ने, इदा नहीं। बड़े समय का बड़े टाइम का पिछला संबंध जुड़िया हुआ गुरु साहबाना के समय तो, ये कोई छोटी मोटी गल नहीं सी। भाई सुधा जी का सपुत्र है भाई दया सिंह जी। तो भाई धर्म सिंह जी के पिता का नाम की है? भाई धर्म सिंह जी के पिता का नाम भाई संत जी। भाई हिम्मत सिंह जी के पिता का नाम की है? उन्होंने नाम भाई गुलजारी जी है। भाई मोहकम सिंह जी के पिता का नाम की है? भाई तीरथा जी। भाई साहिब सिंह जी के पिता जी का नाम की है? भाई चमन जी ने। एक कोई छोटा मोटा संबंध नहीं। भाई साहब सिंह जी जो 5वें प्यारे हुए ने, इन्होंने भंगाणी के युद्ध के विच गुरु साहब जी के नाल अपना वो जंग भी लड़ी। ये ना समझो कि 2-4 दिन का संबंध होगा तो गुरु 17 साल की उम्र भाई साहब भाई हिम्मत सिंह जी गुरु साहब जी के चरणों च आ जाते हैं। 1699 अपना खंडे बाटे की पौल छकते हैं। प्यार की अनहोंद की गल पर प्यार के प्रेम की होंद की गल कर, प्यारे के अगे शर्त मनवाई नहीं जाती, प्यारे के अगे शर्त प्यारे की कबूल की जाती है। वो 5 प्यारे ने अपना सारा कुछ गुरु अगे समर्पित करके गुरु के हुक्म की पालना की है। अगे चलो, जदों खंडे बाटे की पौल का समा होया, उस तो कुछ समय बाद पहाड़ी राजा के विचों पंडित परमानंद जी जाते हैं। परमानंद जी वो की कंडीशन लैके जाते हैं गुरु साहब जी के कोल। परमानंद नूं पहाड़ी राजा ने बैठक करके सारी सलाह सुलाह बात करके भेजा कि गुरु साहब जी को कहो कि पहाड़ी राजे अमृत छकण लई तैयार हैं, पर अमृत आ छकणगे साडियां कुछ की शर्तां ने, कुछ शर्तां ने साडियां। जे इन्हां शर्तां ते गुरु साहब जी तुसीं इन्हां नूं कबूल करदे हो तो असीं अमृत छक लवांगे। वो शर्त किहड़ी है? गुरु साहब जी के अगे शर्त रखनी बड़ा गलत बात है, बड़ी गलत गल है कि गुरु अगे कंडीशन रख रहा कि मैं आ तां करके हमेशा गुरु साहब जी देख रहे हैं परमानंद वाल। फिर भी गुरु साहब जी धीरज दे विच आए ने। गुरु साहब जी ने पूछा, आख्या कि दसो परमानंद जी की तुहाडी शर्त है? तो परमानंद ने यह गल कही कि पहाड़ी राजे ने बैठक की है, सलाह की है कि असी खंडे बाटे की पहुल छकण दे लई तैयार। गल मैं कह रहा प्रेम की। एक प्यार दे विच शर्त मनी जाती है ना कि मनाई जाती है।
प्यार की शर्त मनी जाती है ना कि मनाई जाती है। गुरु के नाल जे प्यार हो तो गुरु अगे कंडीशन कोई शर्त नहीं रखी जाती। इतने तो सिर दीजे कान न कीजे, ये जो सिर दे देना ना वो तो फिर ये नहीं रखना कि मैं अपना ये सलाम जवाब दोवें करे मुठो को था जाए नानक दोवें कूड़ियां थाए न काई पाए। इतने नाल बंदा सिर भी झुकाउंदा नाल जवाब भी करदा। एक बंदे कहता अमृत छकना है भारी राजे, एक बंदे कहते अमृत छकने, एक बंदे सवाल जवाब भी करते हैं, अपनी मंग भी रखते हैं। गुरु साहब जी ने कहा की तुहाडी मंग है? ते अगों जवाब आया कि गुरु साहब जी पहाड़ी राजे अमृत छकन लई तैयार ने, पर उन्हां दी पहली शर्त यह है कि अमृत वो तां छकणगे जो अमृत छक के अपनी कुला रीत जो उन्हां दे पितरी कर्म है वो हमेशा करते रहेंगे। पितरी कर्म का मतलब की है? जे वो मुंडन कराउंदे ने किसी मरण के उत्ते, कोई वड्डा घर का परिवार मर जाता वो मुंडन भी करनगे, वो जोतां भी जगाणगे, वो अपना पत्थरां नूं मत्थे भी टेकणगे, वो फिर सारा कुछ वो कुछ करनगे जो कुछ वो करते आए ने। जदों तुसी अमृत छकाओगे ये साडियां जिहड़ियां शर्तां ने तुहानूं मनणियां पैणगीਆਂ। कुला रीत जो साडी कुला रीत है, जो साडे पितरी कर्म है, मरण ते जो साडा क्रिया कर्म असी वो करांगे, जो साडे विधान दे विच है, जो साडे धर्म दे विच है, साडी जो भी पितरां दी रीत है असी उहनूं हमेशा बरकरार रखांगे, अमृत ही छक लवांगे। पर तुहानूं अपना ये सानूं खुल देनी पवेगी कि अमृत छकण तो बाद असी अपनी कुला रीत नहीं छक सकते। ਉਹ फटी पुरानी कुला रीत जिदा अज असी भी ये गल कह देंगे जी साडे बजुर्ग करते रहे असी तो यह कुछ करना, अमृत छक के भी सारे काम करी जाने ने। पंडित परमानंद ने यह कंडीशन रखी, ये शर्त रखी गुरु साहब जी जे तो ये मंजूर है तो असी अमृत छकन लई तैयार हाँ, असी सारा कुछ उदा ही करना है जो कुछ असी पहला करते रहे हैं, अमृत असी छक लवांगे। पर तुहाडे धर्म दे विच असी सिख धर्म दे शामिल हो जाए पर असी अपनी राहो रीत जिहड़ी है साडी कुला रीत है असी उहनूं छड्डना नहीं। असी वो सारे धर्म कर्म करने ने, असी जिद्दां करदे रहे उदां ही करना है। ये जिहड़ी कुला रीत की गल कीती अगे दूसरी फिर शर्त रखी। दूसरी शर्त की है? वो ये गल कहता है कि अमृत असीं छक लांगे। साडी दूजी शर्त यह है तुसीं जदों अमृत छकाउंदे जो अछूत नीच जात के जिन्ने भी लोग है तुसीं सारिआं नूं इकट्ठियां अमृत छका दिंदे हो। ਇਹਦੇ ਵਿੱਚ ਜਦੋਂ ਆਪਾਂ ਜਦੋਂ ਪਹਾੜੀ ਰਾਜੇ ਨੂੰ ਅੰਮ੍ਰਿਤ ਛਕਾਇਆ ਜਾਵੇਗਾ ਨਾ ਉਦੋਂ ਆਪਣਾ ਇਦਾਂ ਕਰਨਾ ਤੁਸੀਂ ਕਿ ਸਾਡਾ ਜਿਹੜਾ ਅੰਮ੍ਰਿਤ ਦਾ ਵਟ ਹੈ ਉਹ ਵੱਖਰਾ ਤਿਆਰ ਕਰਨਾ। ਕੁਲਾ ਰੀਤ ਦੇ ਵਿੱਚ ਇਹ ਵੀ ਆਉਂਦਾ ਕਿ ਅਸੀਂ ਜਨੇਊ ਉਵੇਂ ਪਾਵਾਂਗੇ, ਜਨੇਊ ਵੀ ਉਵੇਂ ਪਾਵਾਂਗੇ, ਟਿੱਕੇ ਵੀ ਲਾਵਾਂਗੇ, ਧੋਤੀਆਂ ਵੀ ਬੰਨਾਂਗੇ, ਅੰਮ੍ਰਿਤ ਆਪਾਂ ਛਕ ਲਵਾਂਗੇ ਪਰ ਕੁਲਾ ਰੀਤ ਨਹੀਂ ਛਕਣੀ। ਆਪਣੇ ਜਿਹੜੇ ਪਿਤਰੀ ਕਰਮ ਹੈ ਉਹ ਨਹੀਂ ਛੱਡਣੇ। ਜੇ ਜਨੇਊ ਪਾ ਲਿਆ ਗਾਤਰਾ ਪਾ ਲਿਆ ਫਿਰ ਆਪਣਾ ਗਾਤਰਾ ਪਾਉਣ ਦਾ ਕੀ ਫਾਇਦਾ, ਜਨੇਊ ਕੀ ਧਾਰਨ ਕਰਨਾ। जी अमृत छक के टिक्के ही लाने हैं तो फिर अमृत छकन का की फायदा वै। ये गल साडे सिखां ते भी लागू होंदी, माफ करे जे बचन थोड़े कड़वे ने, हालत साडी भी इहो है जदों अमृत छक लेने असीं सारे कोई टिक्के भी ला के तुरे फिरदे हां। आ शनि देवते की पूजा भी आपां करदे हां, असीं सारे वो कर्म धर्म करते। साडे अंदर भी परमानंद ही बैठा है, साडे अंदर ही वो पहाड़ी राजे ही बैठे पे ने जिन्हां ने शर्तां लागू कीतियां। जे पंज प्यारे ये गल कहते हैं अज तो बाद देहधारी की पूजा नहीं करनी, अज तो बाद किसी मूर्ति के अगे मत्था नहीं टेकना, कान छेदक नक छेदक गहरे नहीं पाने। जेकर ये गल कहते हैं कि ककारां नूं अपने तन तो जुदा नहीं करना। रहत मर्यादा का 25 नंबर तुसीं पढ़ लो, रहत मर्यादा का 25 पन्ना पढ़ो, उहदे बकायदा ये गल लिखी गई है कि जदों अमृत छकिया ना अमृतधारी नूं अपना अमृतधारी जे मौत हो जाती मृतक संस्कार दे विच ਉਹਦੇ ਤਨ ਨਾਲ ਉਹਦੇ ਜਿਹੜੇ ਕਕਾਰ ਹੈ ਉਹ ਜੁਦਾ ਨਾ ਕੀਤੇ ਜਾਣ, ਉਹ ਅਲੱਗ ਨਾ ਕੀਤੇ ਜਾਣ, ਨਾ ਕੜਾ ਜੁਦਾ ਕੀਤਾ ਜਾਵੇ, ਨਾ ਕਿਰਪਾਨ ਗਾਤਰਾ ਜੁਦਾ ਕੀਤਾ ਜਾਵੇ, ਨਾ ਉਹਦਾ ਕੰਗਾ ਜੁਦਾ ਕੀਤਾ ਜਾਵੇ, ਨਾ ਉਹਦਾ ਕਸ਼ਹਿਰਾ ਜੁਦਾ ਕੀਤਾ ਜਾਵੇ। ਉਹ ਸਾਰੇ ਇਨ ਬਿਨ ਉਵੇਂ ਹੀ ਰੱਖਣੇ ਨੇ। ਤੇ ਮੈਂ ਹੈਰਾਨ ਹੋ ਜਾਣਾ ਵਾ ਕਿ ਪੰਜ ਪਿਆਰਿਆਂ ਦੀ ਮਰਿਆਦਾ ਨੂੰ ਮਜ਼ਾਕ ਬਣਾ ਕੇ ਰੱਖ ਛੱਡਿਆ ਸਾਡੇ ਲੋਕਾਂ ਨੇ। ਜਦੋਂ ਕਿਤੇ ਬਾਹਰ ਜਾਂ ਅੰਦਰ ਜਾਣਾ ਉਦੋਂ ਗਾਤਰਾ ਪਾ ਲੈਣਾ, ਜਦੋਂ ਕਮਰੇ 'ਚ ਸੌਣਾ ਉੱਠਣਾ ਕਿਤੇ ਬਹਿਣਾ ਵੇ ਉਦੋਂ ਗਾਤਰਾ ਲਾ ਦੇਣਾ। ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ, ਕੱਲਾ ਉਹ ਪਰਮਾ ਪੁਰੋਹਿਤ ਨਹੀਂ ਇਹ ਗੱਲ ਕਹਿੰਦਾ। ਇਹ ਸਾਨੂੰ ਸ਼ਰਤਾਂ ਪੰਜ ਪਿਆਰਿਆਂ ਦੀਆਂ ਮੰਨਣੀਆਂ ਪੈਣੇ। ਪੰਜ ਪਿਆਰੇ ਗੁਰੂ ਦਾ ਰੂਪ ਹੈ, ਉਦੋਂ ਗੁਰੂ ਦੀ ਹਜ਼ੂਰੀ ਦੇ ਅੰਦਰ ਇਹ ਪ੍ਰਣ ਕੀਤਾ ਜਾਂਦਾ, ਇਹ ਵਚਨ ਕੀਤੇ ਜਾਂਦੇ ਨੇ ਕਿ ਕਕਾਰ ਜੁਦਾ ਨਹੀਂ ਕਰਨੇ ਤੇ ਮਰਨ ਤੋਂ ਬਾਅਦ ਜੁਦਾ ਨਹੀਂ ਕਰਨੇ। ਸਾਡੇ ਵਰਗੇ ਜਿਉਂਦੇ ਜੁਦਾ ਕਰੀ ਬੈਠੇ ਨੇ।
ਪੰਮਾ ਪੁਰੋਹਿਤ ਇਹ ਆਪਣਾ ਸ਼ਰਤਾਂ ਰੱਖਦਾ ਹੈ ਕਿ ਗੁਰੂ ਸਾਹਿਬ ਜੀ ਆਪਣਾ ਦੂਸਰੀ ਸ਼ਰਤ ਇਹ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਛਕਾਓਗੇ ਉਹਦੇ ਵਿੱਚ ਨਾ ਕੋਈ ਸ਼ੀਂਬਾ, ਨਾਈ, ਜੁਲਾਹਾ, ਚੁਮਿਆਰ, ਕੋਈ ਵੀ ਜਾਤ ਜਿਹੜੀ ਅਸ਼ੁੱਧ ਹੈ ਉਹਨਾਂ ਨੂੰ ਸਾਡੇ ਨਾਲ ਅੰਮ੍ਰਿਤ ਨਾ ਛਕਾਇਆ ਜਾਵੇ, ਤਾਂ ਕਰਕੇ ਅਸੀਂ ਅੰਮ੍ਰਿਤ ਛਕਾਂਗੇ। ਤੁਸੀਂ ਨੀਵੀਆਂ ਜਾਤਾਂ ਵਾਲਿਆਂ ਨੂੰ ਇਕੱਠੇ ਬਿਠਾਈ ਫਿਰਦੇ ਹੋ। ਗੁਰੂ ਸਾਹਿਬ ਜੀ ਨੇ ਅੱਗੋਂ ਬਚਨ ਕੀਤੇ ਕਿ ਜਿਨ੍ਹਾਂ ਨੂੰ ਤੂੰ ਅਛੂਤ ਕਹਿੰਦਾ ਹੈ, ਜਿਨ੍ਹਾਂ ਨੂੰ ਤੂੰ ਨੀਵੀਂ ਜਾਤ ਵਾਲਾ ਕਹਿੰਦਾ ਹੈ, ਜਿਨ੍ਹਾਂ ਨੂੰ ਤੂੰ ਸ਼ੀਂਬੇ, ਨਾਈ, ਜੁਲਾਹੇ, ਝੀਰ, ਨਾਈ ਕਹਿੰਦਾ, ਉਹ ਮੇਰੇ ਜਾਨ ਤੋਂ ਵੱਧ ਪਿਆਰੇ ਨੇ। ਉਹਨਾਂ ਨੂੰ ਮੈਂ ਛਾਤੀ ਨਾਲ ਲਾ ਕੇ ਰੱਖਿਆ, ਉਹਨਾਂ ਨੂੰ ਮੈਂ ਛਾਤੀ ਦਾ ਨਿੱਘ ਦਿੱਤਾ ਹੈ। ਉਹਨਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ, ਉਹ ਤੇ ਸਾਰਿਆਂ ਤੋਂ ਉੱਚੇ ਨੇ। ਜਿਹੜੇ ਗੁਰੂ ਨਾਲ ਜੁੜ ਗਿਆ ਉਹ ਨੀਵਾਂ ਰਹਿ ਜਾਂਦਾ। ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ, ਜਿਹੜਾ ਗੁਰੂ ਦੀ ਹੁਕਮ ਆਗਿਆ ਦੇ ਵਿੱਚ ਆ ਗਿਆ, ਨੀਵਾਂ ਕਿੱਦਾਂ ਹੋ ਗਿਆ? ਉਹ ਤੇ ਗੁਰੂ ਸਾਹਿਬ ਜੀ, ਜਦੋਂ ਗੁਰੂ ਸਾਹਿਬ ਜੀ ਆਪਣੇ ਪੁੱਤਰ ਵਾਰਦੇ ਆ ਨਾ, ਤੇ ਉਦੋਂ ਇਹ ਬਚਨ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸਤਚਾਰ, ਚਾਰ ਨੂੰ ਇਹ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਇਹਨਾਂ ਨੂੰ ਕਿਹਾ ਸੀ, ਸਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਚਾਰ ਗਏ ਨੇ, ਹਜ਼ਾਰਾਂ ਕਰੋੜਾਂ ਜਿਉਂਦੇ ਨੇ। ਮੈਨੂੰ ਇਸ ਗੱਲ ਦਾ ਦੁੱਖ ਨਹੀਂ, ਮੈਨੂੰ ਇਸ ਗੱਲ ਦਾ ਰੋਸ ਨਹੀਂ ਕਿ ਚਾਰ ਪੁੱਤਰ ਸਨ, ਚੌਵਾਂ ਚ ਇੱਕ ਤੋਂ ਰੱਖ ਲੈਂਦਾ। ਪਰ ਨਹੀਂ, ਗੁਰੂ ਨੇ ਕਿਹਾ ਕਿ ਆ ਸਾਰੇ ਮੇਰੇ ਪੁੱਤਰ ਹੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਜਿਨ੍ਹਾਂ ਨੂੰ ਇਹ ਗੱਲ ਕਹਿੰਦੇ ਹੋ ਨਾ, ਇਹ ਨੀਵੀਂ ਜਾਤ ਦੇ ਨੇ, ਇਹਨਾਂ ਨੂੰ ਤਾਂ ਬਾਦਸ਼ਾਹੀਆਂ ਦੇਣੀਆਂ ਨੇ, ਇਹਨਾਂ ਨੂੰ ਤਾਂ ਮੈਂ ਇਹਨਾਂ ਰਾਜ ਗੱਦੀਆਂ ਦੇਣੀਆਂ ਨੇ, ਇਹਨਾਂ ਨੂੰ ਮੈਂ ਰਾਜ ਤਖਤਾਂ ਤੇ ਬਿਠਾਉਣਾ ਹੈ। ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਕਿ ਅਛੂਤ ਹੈ, ਨੀਵੀਂ ਜਾਤ ਦੇ ਨੇ, ਇਹਨਾਂ ਨੂੰ ਕੋਈ ਆਪਣਾ ਅਧਿਕਾਰ ਨਹੀਂ ਭਗਤੀ ਬੰਦਗੀ ਦਾ। ਇਹ ਜਦੋਂ ਗੱਲ ਹੋਈ, ਫਿਰ ਗੱਲ ਯਾਦ ਰੱਖਿਓ ਕਿ ਸਤਿਗੁਰੂ ਜੀ ਨੇ ਐਸਾ ਜੋਸ਼ ਖੰਡੇ ਬਾਟੇ ਦੀ ਪੌਲ ਦੇ ਕੇ ਸਾਡੇ ਅੰਦਰ ਭੜਿਆ। ਇੱਕ ਕਰਤਾ ਇਹ ਗੱਲ ਲਿਖਦਾ ਹੈ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਾ ਪਕੜੀ। ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਇਹ ਲਿਖਦਾ ਕਰਤਾ ਕਿ ਜਿਹੜੇ ਲੋਕ ਕੇਵਲ ਤੇ ਕੇਵਲ ਤੋਲਣ ਦਾ ਛੋਟਾ ਮੋਟਾ ਕੰਮ ਕਰਦੇ ਸਨ, ਜਾਂ ਖੇਤੀਬਾੜੀ ਕਰ ਲਈ, ਜਾਂ ਉਹਨਾਂ ਦੁਕਾਨਦਾਰੀ ਕਰ ਲਈ, ਜਾਂ ਵੱਟਿਆਂ ਦੇ ਨਾਲ ਸੌਦਾ ਤੋਲ ਲਿਆ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਾ ਪਕੜੀ। ਨੰਗੀ ਕਰਦ ਜਿਨ੍ਹਾਂ ਨੇ ਕਦੇ ਹੱਥ 'ਚ ਨਹੀਂ ਫੜੀ, ਉਹਨਾਂ ਦੇ ਹੱਥਾਂ 'ਚ, ਉਹਨਾਂ ਦੇ ਗਲਾਂ 'ਚ ਗੁਰੂ ਨੇ ਸ਼ਮਸ਼ੀਰਾਂ ਪਵਾਤੀਆਂ, ਤਲਵਾਰਾਂ ਪਵਾਤੀਆਂ। ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ। ਜਦੋਂ ਚਿੜੀ ਉੱਡਦੀ ਸੀ ਘਰ ਦੇ ਵਿੱਚ ਜਾਂ ਘਰ ਦੇ ਆਸੇ ਪਾਸੇ ਕੋਈ ਰੌਲਾ ਪੈਂਦਾ, ਸਾਡੇ ਅੰਦਰ ਖੌਫ ਪੈਦਾ ਹੋ ਜਾਂਦਾ ਸੀ, ਡਰ ਪੈਦਾ ਹੋ ਜਾਂਦੀ। ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਦੁਸ਼ਮਣ ਦੇ ਨਾਲ ਕਿਵੇਂ ਲੜਾਂਗੇ? ਸਹੀਤ ਕਿਤੇ ਕੱਤ ਹੱਥ 'ਚ ਨਹੀਂ ਪਕੜੀ। ਫਿਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, 1.25 ਲੱਖ ਸੇ ਏਕ ਲੜਾऊं, ਤਬੇ ਗੋਬਿੰਦ ਸਿੰਘ ਨਾਮ ਕਹਾऊं। ਗੁਰੂ ਨੇ ਐਸੀ ਤਾਕਤ ਭਰ ਦਿੱਤੀ, 40 ਸਿੰਘ ਲੱਖਾਂ ਫੌਜਾਂ ਦਾ ਮੂੰਹ ਮੋੜ ਦਿੰਦੀ ਏ, ਲੱਖਾਂ ਫੌਜਾਂ ਨੂੰ ਹਾਰ ਦਾ ਮੂੰਹ ਦਿਖਾ ਦਿੰਦੀ ਏ। 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਆਪਣਾ ਤਨ, ਆਪਣਾ ਮਨ, ਆਪਣਾ ਸਾਰਾ ਕੁਝ ਗੁਰੂ ਨੂੰ ਸਮਰਪਿਤ ਕਰ ਦਿੰਦੇ। ਇੱਕ ਬਣੇ 10 ਲੱਖ ਫੌਜ ਹੈ, ਇੱਕ ਬਣੇ 40 ਸਿੰਘ। ਕੋਈ ਛੋਟੀ ਮੋਟੀ ਗੱਲ ਨਹੀਂ। ਚਿੜੀਆਂ ਨਾਲ ਬਾਜ਼ ਲੜਾऊं, ਤਬੇ ਗੋਬਿੰਦ ਸਿੰਘ ਨਾਮ ਕਹਾऊं। ਉਹਨੇ ਮਾਲਕ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ ਐਸੀ ਖੰਡੇ ਬਾਟੇ ਦੀ ਪੌਲ ਛਕਾਈ। ਪਰਮਾਨੰਦ ਨੇ ਇਹ ਆਪਣਾ ਸ਼ਰਤਾਂ ਰੱਖੀਆਂ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਨੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ, ਇਹ ਸਾਰਿਆਂ ਲਈ ਸਾਂਝਾ ਹੈ। ਪਰ ਜੋ ਤੁਸੀਂ ਸ਼ਰਤਾਂ ਲੈ ਕੇ ਆਏ ਹੋ, ਇਹ ਸ਼ਰਤਾਂ ਇਸ ਘਰ ਦੇ ਅੰਦਰ ਪ੍ਰਵਾਨ ਨਹੀਂ। ਇਹ ਘਰ ਦੀ ਤੇ ਆਵਾਜ਼ ਹੀ ਇਹ ਹੈ, ਜਿੱਥੇ ਨੀਚ ਸੰਭਾਲੀ ਨਾ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹ ਘਰ ਦੀ ਤੇ ਆਵਾਜ਼ ਹੀ ਇਹ ਹੈ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਘਰ ਦੀ ਤੇ ਆਵਾਜ਼ ਹੀ ਇਹ ਹੈ, ਆਏ ਮੇਰੇ ਗੁਰਸਿੱਖ, ਆਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ। ਇੱਥੇ ਤੇ ਏਦਾਂ ਦੀ ਨਫ਼ਰਤ ਵਾਲੀ ਭਾਵਨਾ ਨਹੀਂ। ਇੱਥੇ ਸਤਿਗੁਰ ਕੇ ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਦਾ। ਇੱਥੇ ਤੇ ਜਿਹੜਾ ਵੀ ਆ ਜਾਵੇ ਗੁਰੂ ਆਪਣੀ ਗੱਲ ਵਕੜੀ 'ਚ ਲੈ ਲੈ ਵਿੱਚ ਲੈਣਾ, ਤੂੰ ਮੇਰੇ ਕੋਲ ਆ ਤੇ ਸਹੀ। ਗੁਰੂ ਆਵਾਜ਼ੇ ਮਾਰਦਾ। ਕਹਿਣ ਦਾ ਮਤਲਬ ਪਰਮਾਨੰਦ ਨੂੰ ਸਤਿਗੁਰ ਜੀ ਨੇ ਇਹ ਜਵਾਬ ਦਿੱਤਾ, ਅਸੀਂ ਨਹੀਂ ਕਰਦੇ, ਤੁਸੀਂ ਆਉਣਾ ਜੀ ਸਦਕੀ ਆਵੋ। ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਉਸ ਦੇ ਮੁਤਾਬਕ ਹੀ ਤੁਹਾਨੂੰ ਚੱਲਣਾ ਪੈਣਾ। ਜੇ ਉਹਦੇ ਮੁਤਾਬਕ ਨਹੀਂ ਚੱਲਦੇ ਤੇ ਖੁਸ਼, ਅਸੀਂ ਆਪਣੇ ਘਰ ਖੁਸ਼। ਪਰਮਾਨੰਦ ਚਲਾ ਜਾਂਦਾ, ਪਰਮਾਨੰਦ ਚਲਾ ਜਾਂਦਾ ਹੈ। ਕਹਿਣ ਦਾ ਮਤਲਬ ਸਤਿਗੁਰੂ ਜੀ ਕਹਿੰਦੇ ਪ੍ਰੇਮ, ਜਦੋਂ ਪਿਆਰ ਕਿਸੇ ਨਾਲ ਕਰਨਾ ਹੋਵੇ ਨਾ, ਪਿਆਰ ਦੇ ਵਿੱਚ ਸ਼ਰਤ ਮੰਨੀ ਨਹੀਂ ਜਾਂਦੀ, ਸ਼ਰਤ ਮਨਵਾਈ ਨਹੀਂ ਜਾਂਦੀ। ਕੇਵਲ ਤੇ ਕੇਵਲ ਉਸ ਜਿਹਦੇ ਨਾਲ ਪਿਆਰ ਹੈ ਉਹਦੀ ਸ਼ਰਤ ਮੰਨੀ ਜਾਂਦੀ, ਜਿਹਦੇ ਅੰਦਰ ਪ੍ਰੇਮ ਦੀ ਹੋਂਦ ਹੈ, ਪ੍ਰੇਮ ਦਾ ਪ੍ਰਗਟਾਵਾ ਹੈ। ਉਹ ਪ੍ਰਗਟਾਵਾ ਉਦੋਂ ਪਤਾ ਲੱਗਦਾ ਜਦੋਂ ਪਿਆਰੇ ਦੇ ਅੱਗੇ ਆਪਣਾ ਸਾਰਾ ਕੁਝ ਵਾਰ ਦਿੱਤਾ ਜਾਂਦਾ ਹੈ।
ਉਹਨੂੰ ਸਾਰਾ ਕੁਝ ਸਮਰਪਿਤ ਕਰ ਦਿੰਦਾ ਹੈ। ਉੱਥੇ ਇਦਾਂ ਦੀ ਭਾਵਨਾ ਨਹੀਂ ਹੁੰਦੀ। ਜੇ ਗੁਰੂ ਨਾਲ ਪਿਆਰ ਹੈ ਤੇ ਗੁਰੂ ਅੱਗੇ ਸ਼ਰਤ ਨਹੀਂ ਰੱਖੀ ਜਾਂਦੀ ਕਿ ਗੁਰੂ ਸਾਹਿਬ ਜੀ ਆਹ ਦਵੋਗੇ ਤੇ ਮੈਂ ਤੁਹਾਡੇ ਕੋਲ ਤਾਂ ਆਵਾਂਗਾ। ਗੁਰੂ ਦੇ ਅੱਗੇ ਸ਼ਰਤ ਰੱਖੀ ਨਹੀਂ ਜਾਂਦੀ। ਗੁਰੂ ਅੱਗੇ ਸਤਿਗੁਰੂ ਜੀ ਦੀ ਬਾਣੀ ਪੜੋ, ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ, ਉਹਦੇ ਅੱਗੇ ਸਿਰ ਝੁਕਾਉਣਾ ਹੀ ਚੰਗੀ ਗੱਲ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਵੈਸਾਖ ਧੀਰਣ ਕਿਉਂ ਵਾਢੀਆਂ। ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਹੋਂਦ ਹੀ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਣਹੋਂਦ ਹੈ। ਅਣਹੋਂਦ ਦਾ ਅਰਥ ਹੈ ਹੋਂਦ ਨਹੀਂ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਧੀਰਜ ਕਿਵੇਂ ਮਿਲੇ, ਉਹਨਾਂ ਨੂੰ ਟਿਕਾ ਕਿਵੇਂ ਮਿਲੇ, ਉਹਨਾਂ ਨੂੰ ਖੇੜਾ ਕਿਵੇਂ ਮਿਲੇ, ਉਹਨਾਂ ਦੇ ਅੰਦਰ ਖੁਸ਼ੀ ਕਿੱਦਾਂ ਪੈਦਾ ਹੋਵੇ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਉਸ ਮਾਲਕ ਕਰਤੇ ਨਾਲ ਵਿਛੜੀਆਂ ਹੋਈਆਂ ਨੇ। ਵੈਸਾਖ ਧੀਰਣ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਚਾਰ ਕੇ ਲੱਗੀ ਮਾਇਆ ਧੋ। ਜਦੋਂ ਉਸ ਮਾਲਕ ਨੂੰ ਇਹ ਜਿੱਦ ਵਿਛੜ ਗਈ ਨਾ, ਸਤਿਗੁਰੂ ਜੀ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੇ, ਉਹ ਹਰੀ ਸਾਜਨ ਪਰਮਾਤਮਾ ਵਾਹਿਗੁਰੂ ਨੂੰ ਵਿਸਾਰਿਆ ਜਦੋਂ, ਤੇ ਫਿਰ ਕੀ ਲੱਗਾ। ਸਤਿਗੁਰੂ ਜੀ ਨੇ ਲੱਗੀ ਮਾਇਆ ਧੋ, ਮਾਇਆ ਦੀ ਪਾਹ ਇਹਨੂੰ ਚੜ ਗਈ। ਤੇ ਮਾਇਆ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਮਾਇਆ ਸਿਰਫ ਕੱਲਾ ਪੈਸਾ ਨਾ ਸਮਝੋ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕੱਲਾ ਪੈਸਾ ਮਾਇਆ ਨਹੀਂ ਜੀ, ਉਹ ਕਾਰੋਬਾਰ ਵੀ ਮਾਇਆ ਹੋ ਸਕਦੇ ਨੇ ਜਿਹੜਾ ਤੁਹਾਨੂੰ ਨਿਤਨੇਮ ਤੋਂ ਤੋੜਦਾ ਹੈ। ਉਹ ਤੁਹਾਡਾ ਪਰਿਵਾਰ ਵੀ ਆਪਣਾ ਮਾਇਆ ਹੋ ਸਕਦਾ ਜਿਹੜਾ ਤੁਹਾਨੂੰ ਨਿਤਨੇਮ ਅੰਮ੍ਰਿਤ ਵੇਲੇ ਤੋਂ ਦੂਰ ਕਰਦਾ ਹੈ। ਉਹ ਤੁਹਾਡਾ ਮੋਬਾਈਲ ਵੀ ਮਾਇਆ ਹੋ ਸਕਦਾ ਹੈ ਜਿਹੜਾ ਰਾਤ ਤੁਹਾਨੂੰ 12-12 1-1 ਵਜੇ ਤੱਕ ਸੌਣ ਨਹੀਂ ਦਿੰਦਾ। ਜਦੋਂ ਅੰਮ੍ਰਿਤ ਵੇਲੇ ਦੀ ਗੱਲ ਆਉਂਦੀ ਉਦੋਂ ਆਲਸੀ ਬਣ ਜਾਂਦਾ ਹੈ, ਉਦੋਂ ਦਲਿੰਦਰੀ ਬਣ ਜਾਂਦਾ ਹੈ, ਉਦੋਂ ਅੰਮ੍ਰਿਤ ਵੇਲਾ ਸੰਭਾਲਣ ਦੀ ਤਾਕਤ ਖਤਮ ਹੋ ਜਾਂਦੀ। ਉਹ ਮੋਬਾਈਲ ਵੀ ਮਾਇਆ। ਉਹ ਟੈਲੀਵਿਜ਼ਨ ਵੀ ਮਾਇਆ ਹੈ। ਉਹ ਨਾਟਕ ਚੇਟਕ ਫਿਲਮਾਂ ਸਾਰਾ ਕੁਝ ਹੀ ਮਾਇਆ ਹੈ ਜਿਹੜੀਆਂ ਸਾਨੂੰ ਅੰਮ੍ਰਿਤ ਵੇਲੇ ਨਾਲੋਂ, ਸਾਨੂੰ ਨਿਤਨੇਮ ਨਾਲੋਂ, ਸਾਨੂੰ ਬਾਣੇ ਨਾਲੋਂ ਤੋੜਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਸਾਰੀ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਸਤਿਗੁਰੂ ਜੀ ਕਹਿੰਦੇ ਜਿਹੜੇ ਇੱਕ ਪਰਮਾਤਮਾ ਨੂੰ ਤੋੜ ਕੇ ਦੂਸਰੇ ਨਾਲ ਜਦੋਂ ਉਹਦਾ ਪ੍ਰੇਮ ਬਣ ਜਾਣਾ, ਚਾਹੇ ਮੋਬਾਈਲ ਹੈ, ਚਾਹੇ ਟੀਵੀ ਹੈ, ਚਾਹੇ ਘਰ ਹੈ, ਚਾਹੇ ਪਰਿਵਾਰ ਹੈ, ਚਾਹੇ ਕਾਰੋਬਾਰ ਹੈ, ਇਹ ਸਾਰਾ ਕੁਝ ਮਾਇਆ ਹੀ ਹੈ। ਸਤਿਗੁਰੂ ਜੀ ਕਹਿੰਦੇ ਲੱਗੀ ਮਾਇਆ ਧੋ। ਇਸ ਮਨੁੱਖ ਨੂੰ ਮਾਇਆ ਦੀ ਧੋ ਲੱਗ ਗਈ, ਮਾਇਆ ਦੇ ਵਿੱਚ ਖਚਤ ਹੋ ਗਿਆ, ਉਸ ਕਰਤੇ ਨਾਲੋਂ ਟੁੱਟ ਗਿਆ। ਅੱਗੇ ਕਿਰਪਾ ਕੀਤੀ ਸਤਿਗੁਰੂ ਜੀ ਨੇ, ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਨਾਸੀ ਉਹ। ਸਤਿਗੁਰੂ ਜੀ ਕਹਿੰਦੇ ਨੇ ਸਮਾਜ ਦੇ ਵਿੱਚ ਜਿਉਂਦੇ ਜੀ ਇਹਨਾਂ ਦੀ ਜ਼ਰੂਰਤ ਹੈ, ਧੀਆਂ ਪੁੱਤਾਂ ਦੀ ਜ਼ਰੂਰਤ ਹੈ। ਪਰ ਧੀਆਂ ਪੁੱਤਾਂ ਨੂੰ ਸਾਰਾ ਕੁਝ ਸਮਝੀ ਬੈਠਾ ਕਿ ਇਹੋ ਮੇਰੀ ਜ਼ਿੰਦਾ ਤੇ ਇਹੋ ਮੇਰੀ ਜਾਨ, ਇਹ ਹਰ ਸਮੇਂ ਮੇਰੇ ਨਾਲ ਨਿਭਣ ਵਾਲੇ ਨੇ, ਮੇਰੇ ਹਰ ਦੁੱਖ ਸੁੱਖ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਨਿਭਣਗੇ। ਸਤਿਗੁਰੂ ਜੀ ਕਹਿੰਦੇ ਨਹੀਂ। ਸਤਿਗੁਰੂ ਜੀ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਦਾਰਾ ਬੋਲਦੇ ਪਤਨੀ ਨੂੰ, ਮੀਤ ਮਿੱਤਰ, ਦਾਰਾ ਮੀਤ ਪੂਤ ਧੀਆਂ ਪੁੱਤ, ਸੰਬੰਧੀ ਰਿਸ਼ਤੇਦਾਰ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ। ਸਾਰੇ ਤੇਰੇ ਧਨ ਤੇ ਪੈਸੇ ਨਾਲ ਜੁੜੇ ਨੇ। ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਜਦੋਂ ਸਾਰਿਆਂ ਨੇ ਜਦੋਂ ਵੇਖਿਆ ਕਿ ਇਹਦੀਆਂ ਜੇਬਾਂ ਖਾਲੀ ਹੋ ਗਈਆਂ ਨੇ, ਇਹਦਾ ਕਾਰੋਬਾਰ ਬੰਦ ਹੋ ਗਿਆ, ਇਹਦੇ ਘਰ ਰੋਟੀ ਖਾਣ ਨੂੰ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਉਦੋਂ ਸਾਰੇ ਸਾਥ ਛੱਡ ਗਏ। ਉਹ ਭਾਵੇਂ ਪਤਨੀ ਹੈ, ਚਾਹੇ ਪੁੱਤ ਧੀਆਂ ਨੇ, ਚਾਹੇ ਮਿੱਤਰ, ਚਾਹੇ ਰਿਸ਼ਤੇਦਾਰ। ਸਤਿਗੁਰੂ ਜੀ ਕਿਰਪਾ ਕਰਦੇ ਪੁੱਤ ਕਲਤਰ ਨਾ ਸੰਗਤ ਨਾ। ਸਤਿਗੁਰੂ ਜੀ ਕਹਿੰਦੇ ਇਹ ਹਮੇਸ਼ਾ ਤੇਰੇ ਨਾਲ ਨਿਭਣ ਵਾਲੇ ਨਹੀਂ। ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸ਼ੀ ਉਹ। ਅਵਨਾਸ਼ੀ ਦਾ ਅਰਥ ਹੈ ਨਾਸ਼ ਰਹਿਤ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਪੁੱਤਰ ਜੰਮਿਆ, ਪੁੱਤਰ ਪਿਓ ਤੋਂ ਪਹਿਲਾਂ ਚੱਲ ਜਾਂਦਾ ਸੰਸਾਰ ਨੂੰ ਹੁੰਦਾ ਨਾ। ਅਸੀਂ ਅਕਸਰ ਸਮਾਜ ਦੇ ਵਿੱਚ ਵਿਚਰਦੇ ਹਾਂ, ਬੰਦਾ ਧੀਆਂ ਪੁੱਤ ਜੰਮਦਾ ਕਾਹਦੇ ਲਈ ਜੰਮਦਾ ਕਿ ਮੇਰਾ ਬੁਢਾਪੇ 'ਚ ਸਹਾਰਾ ਬਣ ਕੇ। ਤੇ ਸੱਚ ਕਰਕੇ ਜਾਣ ਕਈ ਵਾਰ ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਾਡਾ ਪੁੱਤਰ ਜਵਾਨ ਹੋਵੇਗਾ, ਵਿਆਹ ਤੋਂ ਬਾਅਦ ਸਾਡੇ ਪੁੱਤਰ ਪੋਤਰੇ ਹੋਣਗੇ, ਅਸੀਂ ਸੁਖੀ ਘਰ ਬੈਠਾਂਗੇ, ਕਈ ਵਾਰ ਉਹਨਾਂ ਬਜ਼ੁਰਗਾਂ ਨੂੰ ਆਪਣੇ ਪੋਤਰ ਪੋਤਰਿਆਂ ਦਾ ਸਹਾਰਾ ਬਣਨਾ ਪੈ ਜਾਂਦਾ ਹੈ। ਪੁੱਤ ਜਵਾਨੀ ਦੇ ਵਿੱਚ ਵਿਆਹ ਤੋਂ ਬਾਅਦ ਸੰਸਾਰ ਨੂੰ ਛੱਡ ਜਾਂਦੇ। ਇੱਥੇ ਕੋਈ ਸਦਾ ਇੱਥੇ ਰਹਿਣ ਵਾਲਾ ਨਹੀਂ। ਸਤਿਗੁਰੂ ਜੀ ਕਹਿੰਦੇ ਕਿ ਅਸਲ ਦੇ ਵਿੱਚ ਉਹੀ ਅਵਨਾਸ਼ੀ ਹੈ ਜਿਹੜਾ ਨਾਸ਼ ਰਹਿਤ ਹੈ। ਬਾਕੀ ਸਾਰਾ ਸੰਸਾਰ ਨਾਸ਼ ਹੋਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਪੁੱਤਰ ਕਲਤਰ ਨਾ ਸੰਗ ਧਨਾ
हर अविनाशी वो एक परमात्मा हमेशा टिकिया रहने वाला है, जिहड़ा कदे खत्म नहीं होता, जिहड़ा हमेशा अटल है, जिहड़ा हमेशा टिकिया रहने वाला है। ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਜੇ, ਨਾ ਗਰਮੀ ਦਾ, ਨਾ ਠੰਡ ਦਾ, ਨਾ ਧੁੱਪ ਦਾ, ਨਾ ਛਾਂ ਦਾ, ਨਾ ਖਾਣ ਦਾ, ਨਾ ਪੀਣ ਦਾ, ਨਾ ਠੰਡੇ ਦਾ, ਨਾ ਤੱਤੇ ਦਾ। ਉਹਦੇ ਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ। ਅਸੀਂ ਸਮੇਂ ਨੂੰ ਕਬੂਲਦੇ ਹਾਂ, ਸਾਡੇ ਤੇ ਸਮੇਂ ਦਾ ਪ੍ਰਭਾਵ ਹੈ, ਪਰ ਪਰਮਾਤਮਾ ਦੇ ਉੱਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ ਜੇ। ਇਸੇ ਕਰਕੇ ਉਹਨੂੰ ਸਿਮਰ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਨਾਸ਼ੀ ਉਹ ਪਲਚ ਪਲਚ ਸਗਲੀ ਮੁਈ ਝੂਠੈ ਧੰਦਾ ਮੋਹ। ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਖੁਆਰ ਹੋ ਕੇ ਖੱਪ ਖੱਪ ਕੇ ਆਪਣੀ ਜੀਵਨ ਪੂੰਜੀ ਨੂੰ ਹਮੇਸ਼ਾ ਗਵਾਈ ਜਾ ਰਿਹਾ, ਵਿਅਰਥ ਗਵਾਈ ਜਾ ਰਿਹਾ। ਪਲਚ ਪਲਚ ਸਗਲੀ ਮੁਈ ਝੂਠੇ ਧੰਦਾ ਮੋਹ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋ। ਸਤਿਗੁਰੂ ਜੀ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਜਿਹੜਾ ਬੰਦੇ ਦੇ ਮਰਨ ਤੋਂ ਬਾਅਦ ਵੀ ਬੰਦੇ ਦੇ ਨਾਲ ਨਿਭਦਾ, ਪਰ ਸਤਿਗੁਰੂ ਜੀ ਕਹਿੰਦੇ ਮਰਨ ਤੋਂ ਬਾਅਦ ਤੇ ਬੰਦੇ ਦੇ ਗਲ ਦੇ ਵਿੱਚ ਪਾਈ ਚੈਨੀ, ਗਲ 'ਚ ਬਾਂਹ 'ਚ ਪਾਇਆ ਕੜਾ ਸੋਨੇ ਦਾ, ਫਿਰ ਕੰਨਾਂ 'ਚ ਪਾਈਆਂ ਵਾਲੀਆਂ ਸੋਨੇ ਦੀਆਂ, ਉਹ ਤੇ ਮਰਨ ਤੋਂ ਬਾਅਦ ਪਹਿਲਾਂ ਮਰਨ ਤੋਂ ਬਾਅਦ ਉਸੇ ਵੇਲੇ ਲਾ ਲੈਂਦੇ। ਉਹ ਕਦੇ ਵੇਖਿਆ ਕਿਸੇ ਨੂੰ ਸਾੜਦੇ ਨੂੰ ਅੱਗ ਦੇ ਵਿੱਚ? ਇਹ ਜਿਉਂਦੇ ਜੀ ਕੰਮ ਆਉਣ ਵਾਲੀ, ਮਰਨ ਤੋਂ ਬਾਅਦ ਨਹੀਂ। ਸਤਿਗੁਰੂ ਜੀ ਕਹਿੰਦੇ ਇੱਕ ਪਰਮਾਤਮਾ ਦੀ ਹੋਂਦ ਹੀ ਹੈ, ਪਰਮਾਤਮਾ ਦਾ ਪ੍ਰੇਮ ਹੀ ਹੈ ਜਿਹੜਾ ਬੰਦੇ ਦੇ ਮਰਨ ਤੋਂ ਬਾਅਦ ਵੀ ਨਾਲ ਨਿਭਦਾ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਨ, ਜਿਹੜਾ ਲੋਕ ਤੇ ਪਰਲੋਕ ਦੇ ਵਿੱਚ ਸਾਡੇ ਜਿੰਦ ਨੂੰ ਸੁਰਖਰੂ ਕਰਨ ਵਾਲਾ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋ। ਅੱਗੇ ਕਰਕੇ ਸਮਾਂ ਜਦ ਗੁਜ਼ਰ ਜਾਂਦਾ ਹੈ, ਅੱਗੇ ਜਿਹੜਾ ਆਉਣ ਵਾਲਾ ਸਮਾਂ ਪਹਿਲਾਂ ਹੀ, ਅੱਗੇ ਕਰਕੇ ਪਹਿਲਾਂ ਹੀ, ਮਰਨ ਤੋਂ ਪਹਿਲਾਂ ਹੀ ਬੰਦੇ ਨੂੰ ਖੋਹ ਲੈ ਜਾਂਦੇ। ਬੰਦਾ ਮੰਜੇ ਤੇ ਖੰਘਦਾ, ਮਾੜਾ ਮੋਟਾ ਲੱਛਣ ਦੇਖਦੇ ਨੇ ਮਰਨ ਵਾਲੇ, ਪਹਿਲਾਂ ਸਾਰਾ ਕੁਝ ਆਪਣਾ ਨੂੰਹਾਂ ਪੁੱਤ ਸਾਰੇ ਪਹਿਲਾਂ ਸਾਰਾ ਕੁਝ ਸਾਂਭੀ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਦੇ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ, ਦੇ ਵਿਸਾਰ ਵੀ ਗੁਚਨਾ ਪ੍ਰਾਪ ਬਿਨ ਅਵਰ ਨਾ ਕੋਏ। ਦੇ ਵਿਸਾਰ ਵੀ ਗੁਚਨਾ, ਦਈ ਦਾ ਅਰਥ ਹੈ ਕਿ ਪਰਮਾਤਮਾ ਨਾਲ ਵਿਛੜ ਕੇ ਖੁਆਰ ਹੀ ਹੁੰਦਾ, ਗੁਚਨਾ ਕਰਕੇ ਖੁਆਰ। ਦਈ ਵਿਸਾਰ ਵੀ ਗੁਚਨਾ ਪ੍ਰਭ ਬਿਨ ਅਵਰ ਨਾ ਕੋਏ। ਇੱਕ ਪਰਮਾਤਮਾ ਹੀ ਹੈ ਜਿਹੜਾ ਸਾਡੇ ਜੀਵਨ ਦੇ ਵਿੱਚ ਜਿਉਂਦਾ ਜੀਵ ਸਾਡਾ ਸਾਥ ਦੇਣ ਵਾਲਾ ਹੈ। ਨਹੀਂ ਤੇ ਬੰਦੇ ਨੇ ਪਰਮਾਤਮਾ ਨੂੰ ਵਿਸਾਰ ਕੇ ਖੁਆਰਪਣ ਹੀ ਉਹਦੇ ਅੰਦਰ ਪੈਦਾ ਹੋਇਆ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਸਤਿਗੁਰੂ ਜੀ ਕਹਿੰਦੇ ਨੇ ਖੁਆਰਪਣ ਪੈਦਾ ਹੋਣੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਕੋ ਉੜ ਤੁਹਾਰੀ। ਕਿਰਪਾ ਕੀਤੀ ਸਤਿਗੁਰੂ ਜੀ ਨੇ। ਇਹ ਕੀ ਮਨੁੱਖ ਕਰਦਾ ਕੀ ਹੈ? ਦਏ ਵਿਸਾਰ ਵੀ ਗੁਚਨਾ ਪ੍ਰਭ ਬਿਨ ਅਵਰ ਨਾ ਕੋਏ, ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ। ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਪ੍ਰੀਤਮ ਵਾਹਿਗੁਰੂ ਜੀ ਦੇ ਚਰਨਾਂ ਦਾ ਆਸਰਾ ਤੱਕ ਲੈਂਦੇ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸ਼ੋਭਾ ਬੜੀ ਪਵਿੱਤਰ ਹੈ, ਉਹਨਾਂ ਦੀ ਜੀਵਨ ਜੁਗਤ ਨਿਰਮਲ ਹੈ, ਉਹਨਾਂ ਦਾ ਜੀਵਨ ਬੜਾ ਸੋਹਣਾ ਹੈ, ਉਹ ਬੜੇ ਸੁਰਖਰੂ ਜੀਵਨ ਵਾਲੇ ਬਣ ਜਾਂਦੇ ਨੇ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ। ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ। ਕਿਰਪਾ ਕੀਤੀ ਸਤਿਗੁਰੂ ਜੀ ਨੇ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੈਨੂੰ ਪ੍ਰਾਪਤ ਹੋਏ। ਨਾਨਕ ਦੀ ਬੇਨਤੀ ਹੈ, ਅਰਜ਼ੋਈ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਤੇਰੀ ਪ੍ਰਾਪਤੀ ਹੋ ਜਾਵੇ, ਮੇਰਾ ਤੇਰੇ ਨਾਲ ਮਿਲਾਪ ਹੋ ਜਾਵੇ। ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਵਿਸਾਖ ਮਹੀਨਾ ਤਦੋਂ ਸੋਹਣਾ ਲੱਗਦਾ ਹੈ, ਤਦੋਂ ਸੁਹਾਵਣਾ ਲੱਗਦਾ ਹੈ, ਤਦੋਂ ਚੰਗਾ ਲੱਗਦਾ ਹੈ, ਤਦੋਂ ਜੀਵਨ ਦੇ ਅੰਦਰ ਖੇੜਾ ਪੈਦਾ ਕਰਦਾ ਹੈ ਜਦੋਂ ਸੰਤ ਗੁਰੂ ਮਿਲ ਜਾਵੇ, ਹਰੀ ਪਰਮਾਤਮਾ ਮਿਲ ਜਾਵੇ। ਵੈਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟੇ ਹਰ ਸੋਏ। ਸਤਿਗੁਰੂ ਜੀ ਕਿਰਪਾ ਕਰਨ, ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹੋਇਆਂ ਅਣਗਿਣਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਇਹੋ ਗੱਲ ਦ੍ਰਿੜ ਕਰਵਾਈ ਹੈ ਕਿ ਜਿਹੜੀਆਂ ਜੀਵ ਇਸਤਰੀਆਂ ਆਪਣੇ ਕਰਤੇ ਨਾਲੋਂ ਵਿਛੜੀਆਂ ਹੋਈਆਂ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਆਰਪਣ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਟਿਕਾ ਨਹੀਂ। ਉਹ ਆਪਣੇ ਕਰਤੇ ਨਾਲੋਂ ਜਦੋਂ ਟੁੱਟ ਜਾਣਗੀਆਂ, ਉਹਨਾਂ ਦੀ ਹਾਲਤ ਉਸ ਭੱਠੀ ਦੇ ਕੋਲੇ ਵਰਗੀ ਹੈ। ਜਿਹੜਾ ਭੱਠੀ ਦਾ ਕੋਲਾ, ਭੱਠੀ ਦੇ ਵਿੱਚੋਂ ਨਿਕਲਿਆ ਕੋਲਾ ਆਪਣਾ ਰੰਗ ਮਿਟਾ ਲੈਂਦਾ ਹੈ, ਜਿੱਦਾਂ ਜਿਉਂ ਭੱਠੀ ਦੇ ਵਿੱਚ ਸੁੱਟਿਆ ਤਾਂ ਉਹਦਾ ਰੰਗ ਲਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀਆਂ ਜੀਵ ਇਸਤਰੀਆਂ ਉਸ ਕਰਤੇ ਨਾਲ ਟੁੱਟੀਆਂ ਨੇ,
ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਿਕਾਰਾਂ ਦੀ ਕਾਲਕ ਪੈਦਾ ਹੋ ਜਾਂਦੀ ਹੈ ਤੇ ਜਿਹੜੀਆਂ ਜੀਵ ਇਸਤਰੀਆਂ ਉਸ ਕਰਤੇ ਨਾਲ ਜੁੜੀਆਂ ਨੇ ਉਹਨਾਂ ਦਾ ਜਿਹੜਾ ਲਾਲ ਸੁਰਖ ਰੂਹ ਹੈ ਉਹਨਾਂ ਦੇ ਜੀਵਨ ਨਾਲ ਦਇਆ ਧਰਮ ਸਤ ਸੰਤੋਖ ਪੈਦਾ ਹੋ ਜਾਂਦਾ ਹੈ ਜਿਹੜੀਆਂ ਜੀਵ ਇਸਤਰੀਆਂ ਉਸ ਕਰਤੇ ਨਾਲ ਜੁੜੀਆਂ ਨੇ। ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਅਣਗਿਣਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਗੁਰੂ ਬਖਸ਼ਣਹਾਰ ਹੈ। ਸਤਿਗੁਰ ਜੀ ਕਿਰਪਾ ਕਰਨ ਬਾਣੀ ਦੀ ਵਿਚਾਰ ਕਰਦੇ ਹਨ ਅਣਗਿਣਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੇ। ਸਾਨੂੰ ਸਾਰਿਆਂ ਨੂੰ ਏਕਤਾ ਇਤਫਾਕ ਪਿਆਰ ਵਿਸ਼ਵਾਸ ਭਰੋਸੇ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ